ਆਪਾਂ ਅੱਜ ਦੀ ਅਗਰ ਥੋੜੀ ਜਿਹੀ ਗੱਲ ਕਰੀਏ ਕਿ ਅਗਰ ਆਪਾਂ ਵਿਮਨ ਡੇ ਸੈਲੀਬ੍ਰੇਟ ਕਰਦੇ ਹਾਂ ਤਾਂ ਸਹੀ ਮਾਇਨਿਆਂ ਵਿੱਚ ਸੈਲੀਬ੍ਰੇਟ ਕਿਵੇਂ ਹੋਣਾ ਚਾਹੀਦਾ। ਜ਼ਮੀਨੀ ਤੌਰ ਤੇ ਦੇਖਿਆ ਜਾਣਾ ਚਾਹੀਦਾ ਕਿ ਅਸੀਂ ਜਿਸ ਲਾਈਫ ਤੋਂ ਜਦ ਲੰਘ ਰਹੇ ਹਾਂ, ਜਿਸ ਸਮਾਜ ਵਿੱਚ ਵਿਚਰ ਰਹੇ ਹਾਂ, ਉਸ ਵਿੱਚ ਅਸੀਂ ਹਕੀਕਤ ਦੇ ਵਿੱਚ ਕਿੰਨਾ ਕੁ ਕਿਸੇ ਦੇ ਨਾਲ ਫਰਕ ਦੇਖ ਰਹੇ ਹਾਂ। ਦੋ ਬੱਚੇ ਨੇ, ਇੱਕ ਕੁੜੀ ਹੈ, ਇੱਕ ਮੁੰਡਾ ਹੈ, ਉਹਨਾਂ ਵਿੱਚ ਕੀ ਫਰਕ ਕੀਤਾ ਜਾਂਦਾ। ਜੇ ਅਸੀਂ ਕੋਈ ਫਰਕ ਨਹੀਂ ਕਰ ਰਹੇ ਤਾਂ ਯੈਸ, ਅਸੀਂ ਵਿਮਨ ਡੇ ਸੈਲੀਬ੍ਰੇਟ ਕਰਨ ਦੇ ਹੱਕਦਾਰ ਹਾਂ। ਕੋਈ ਲਿਫਾਫੇ 'ਚ ਪਾ ਕੇ ਕੁੜੀ ਬੱਚਾ ਹੈ ਨਾ, ਬਿਲਕੁਲ, ਤੇ ਕੂੜੇ ਦੇ ਢੇਰ ਤੇ ਜਾਂ ਛੱਤ ਤੋਂ ਦੇਖੋ ਪਿੱਛੇ ਜੇ ਆਪਾਂ ਨੇ ਹੈ ਨਾ ਨਿਊਜ਼ ਆਈ ਹੈ ਨਾ, ਹਾਂਜੀ, ਕੁੜੀ ਪਤਲੀ ਹੋਣੀ ਚਾਹੀਦੀ ਹੈ, ਕੁੜੀ ਗੋਰੀ ਹੋਣੀ ਚਾਹੀਦੀ ਹੈ, ਕੁੜੀ ਸੋਹਣੀ ਹੋਣੀ ਚਾਹੀਦੀ ਹੈ, ਜਾਂ ਉਸਦਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ YouTube ਚੈਨਲ ਸਾਂਝ ਗੱਲਾਂ ਦੀ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੀ ਇੰਟਰਨੈਸ਼ਨਲ ਵੂਮਨ ਡੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਸੋ ਅੱਜ ਆਪਾਂ ਇਸੇ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ। ਸੋ ਸ਼ੁਰੂ ਵਿੱਚ ਹੀ ਕਹਿਣਾ ਚਾਹਾਂਗੇ, ਪਹਿਲਾਂ ਤਾਂ ਜੇਕਰ ਤੁਸੀਂ ਹੁਣ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਫਟਾਫਟ ਸਬਸਕ੍ਰਾਈਬ ਕਰ ਦਿਓ। ਤੇ ਜਿਹੜਾ ਮਹਿਲਾ ਦਿਵਸ ਮਨਾਇਆ ਜਾਂਦਾ, ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਮਨਾਇਆ ਜਾਂਦਾ, ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈ, ਤੁਸੀਂ ਵੀ ਜ਼ਰੂਰ ਸਾਂਝੇ ਕਰਨਾ। ਪਹਿਲਾਂ ਤਾਂ ਮੰਮਾ ਚਲੋ ਤੁਹਾਡੇ ਨਾਲ ਹੀ ਗੱਲ ਕਰਦੇ ਹਾਂ। ਮਤਲਬ ਤੁਸੀਂ ਜੌਬ ਵੀ ਕਰਦੇ ਰਹੇ ਹੈ ਨਾ, ਉਸ ਤੋਂ ਬਾਅਦ ਨਾਲ ਨਾਲ ਘਰ ਸਾਹਮਣਾ, ਬੱਚੇ ਸਾਹਮਣੇ। ਸੋ ਇੰਨੇ ਸਾਲਾਂ ਦੇ ਤਜਰਬੇ ਦੇ ਬਾਅਦ ਕਿਵੇਂ ਦੇਖਦੇ ਹੋ ਕਿ ਮਹਿਲਾਵਾਂ ਦੀ ਸਥਿਤੀ ਕਿਸ ਤਰੀਕੇ ਨਾਲ ਸਮਾਜ ਵਿੱਚ ਦੇਖਦੇ ਹੋ ਤੁਸੀਂ? ਸਥਿਤੀ ਦੀ ਗੱਲ ਇਸ ਤਰ੍ਹਾਂ ਹੈ ਬਈ ਜ਼ਿਆਦਾ ਲੋਕ ਜਿਹੜੇ ਨੇ ਨਾ, ਜਿਹੜਾ ਇਹ ਦਿਨ ਬਣਾਇਆ ਹੈ 8 ਮਾਰਚ ਨੂੰ, ਸਿਰਫ ਇੱਕ ਛੁੱਟੀ ਦਾ ਦਿਨ ਦੇ ਨਾਲ ਖੁਸ਼ ਹੁੰਦੇ ਨੇ। ਜਦੋਂ ਕਿ ਇਹਦਾ ਜਿਹੜਾ ਨਾ ਆਪਣਾ ਸਾਰਿਆਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਆਮ ਗਲੀ 'ਚ ਕਿਸੇ ਨੂੰ ਪੁੱਛ ਲਈਏ, ਕਿਸੇ ਲੇਡੀ ਨੂੰ ਪੁੱਛ ਲੈਂਦੇ ਆ ਵੀ ਉਹਨਾਂ ਨੂੰ ਕੁਛ ਨੂੰ ਪਤਾ ਨਹੀਂ ਹੋਏਗਾ ਵੀ ਅੱਜ ਮਤਲਬ ਵੀ ਮਹਿਲਾ ਦਿਵਸ ਹੈਗਾ ਹੈ ਨਾ। ਇਹ ਘੱਟੋ ਘੱਟ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਾਡੇ ਕੀ ਅਧਿਕਾਰ ਨੇ, ਤੇ ਅਸੀਂ ਮਤਲਬ ਕਿਸ ਤਰ੍ਹਾਂ ਆਪਣਾ ਘਰ 'ਚ ਜਾਂ ਆਪਣੀ ਸੁਸਾਇਟੀ ਵਿੱਚ ਜਾਂ ਸ਼ਹਿਰ ਵਿੱਚ ਕਿੱਦਾਂ ਵਿਚਰਨਾ। ਬਿਲਕੁਲ ਹੈ ਨਾ। ਜਿਹਨੇ ਚਿਰ ਸਾਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ, ਤੇ ਫਿਰ ਅਸੀਂ ਮਤਲਬ ਇਹ ਦਿਨ ਜਿਹੜਾ ਹੈ ਨਾ, ਇਹ ਇਸ ਤਰ੍ਹਾਂ ਹੈ ਵੀ ਆਦਮੀ ਤੇ ਜਨਾਨੀ ਹੈ ਨਾ, ਦੋਨਾਂ ਦੇ ਜਿਹੜੇ ਨੇ ਅਧਿਕਾਰ ਨੇ ਉਹ ਬਰਾਬਰ। ਕਿਉਂਕਿ ਜੇ ਉਹ ਮਿਹਨਤ ਕਰਦੀ ਹੈ ਕਿਤੇ ਸਰਕਾਰੀ ਨੌਕਰੀ, ਜਾਂ ਸਰਕਾਰੀ ਨੌਕਰੀ ਤੋਂ ਖੈਰ ਇਹਦਾ ਫਰਕ ਨਹੀਂ ਪੈਂਦਾ, ਸੈਲਰੀ ਵਗੈਰਾ ਵੀ ਚਲਾ ਲਓ, ਤੇ ਜਿਹੜੇ ਪ੍ਰਾਈਵੇਟ ਕੰਮਾਂ 'ਚ ਜਿਹੜਾ ਨਾ ਉਹਦੇ 'ਚ ਉਹਨਾਂ ਦੇ ਵੇਤਨ ਦੇ ਵਿੱਚ ਜਿਹੜਾ ਨਾ ਉਹ ਫਰਕ ਹੁੰਦਾ ਹੈ। ਜਿਹੜੀ ਲੇਡੀਜ਼ ਨੂੰ ਉਹਨਾਂ ਨੂੰ ਘੱਟ ਦਿੰਦੇ ਨੇ ਔਰ ਜੈਂਟਸ ਨੂੰ ਜ਼ਿਆਦਾ ਦਿੰਦੇ ਨੇ। ਨਹੀਂ ਚਲੋ, ਹਾਲਾਂਕਿ ਇਹ ਵੀ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਹੈ, ਲੇਕਿਨ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵਿਮਨ ਡੇ ਇਸ ਲਈ ਵੀ ਮਨਾਇਆ ਜਾਂਦਾ ਹੈ ਕਿ ਜੋ ਲੇਡੀਜ਼ ਨੇ ਆਪਣੀ ਆਪਣੀ ਜਗ੍ਹਾ, ਭਾਵੇਂ ਉਹ ਘਰ ਪਰਿਵਾਰ ਸਾਂਭਦੀਆਂ ਨੇ, ਚਾਹੇ ਬਾਹਰ ਕੰਮ ਕਾਜ ਕਰਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਉਪਲਬਧੀਆਂ ਨੂੰ ਸੈਲੀਬ੍ਰੇਟ ਜੋ ਹੈ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਔਰ ਵਾਕਈ ਇਹ ਚੀਜ਼ ਬਣਦਾ ਹੀ ਹੈ। ਵੈਸੇ ਤਾਂ ਹਰ ਇੱਕ ਦਿਨ ਹੀ ਜੋ ਹੈ ਸੈਲੀਬ੍ਰੇਟ ਕਰਨ ਵਾਲਾ ਹੁੰਦਾ ਹੈ। ਅਗਰ ਆਪਾਂ ਗੱਲ ਕਰਦੇ ਹਾਂ ਵਿਮਨਸ ਦੀ ਕਿ ਸਾਡੇ ਸੁਸਾਇਟੀ ਨੂੰ ਕੀ ਦੇਣ ਆ, ਕਿਸੇ ਘਰ ਪਰਿਵਾਰ ਨੂੰ ਕੀ ਦੇਣ ਹੁੰਦੀ ਹੈ। ਸੋ ਅਗਰ ਅਸੀਂ ਦੇਖੀਏ, ਮਹਿਲਾਵਾਂ ਬੜੀਆਂ ਮਲਟੀਟਾਸਕਿੰਗ ਹੁੰਦੀਆਂ ਨੇ। ਇੱਕ ਸਮੇਂ ਨੂੰ ਕਿਵੇਂ ਵੱਧ ਤੋਂ ਵੱਧ ਯੂਟੀਲਾਈਜ਼ ਕੀਤਾ ਜਾ ਸਕੇ, ਮਾਈਂਡ ਨੂੰ ਬੜੇ ਵਧੀਆ ਢੰਗ ਦੇ ਨਾਲ ਮੈਨੇਜ ਕਰਦੀਆਂ ਨੇ ਕਿ ਕੰਮ ਵੀ ਕਰਨਾ ਹੈ, ਘਰ ਵੀ ਸਾਂਭਣਾ ਹੈ, ਹੋਰ ਵੀ ਨਾਲ ਜਿਹੜੇ ਕਈ ਛੋਟੇ ਛੋਟੇ ਕੰਮ ਹੁੰਦੇ ਨੇ। ਆਮ ਤੌਰ 'ਤੇ ਅਗਰ ਆਪਾਂ ਇਹ ਕਿਸੇ ਵਰਗ ਨੂੰ ਨੀਵਾ ਦਿਖਾਉਣ ਦੀ ਗੱਲ ਨਹੀਂ ਹੈ, ਅਸੀਂ ਮੇਲਸ ਨੂੰ ਨੀਵਾ ਨਹੀਂ ਦਿਖਾਉਂਦੇ, ਲੇਕਿਨ ਇੱਕ ਸ਼ਾਇਦ ਰੱਬੀ ਇੱਕ ਹੁਨਰ ਲੇਡੀਜ਼ ਵਿੱਚ ਦਿੱਤਾ ਗਿਆ ਹੁੰਦਾ ਹੈ, ਰੱਬ ਵੱਲੋਂ, ਕੁਦਰਤ ਵੱਲੋਂ ਹੀ ਇਹ ਹੁਨਰ ਹੁੰਦਾ ਹੈ ਕਿ ਉਹ ਮਲਟੀਟਾਸਕਿੰਗ ਹੁੰਦੀਆਂ ਨੇ। ਪਰ ਆਪਾਂ ਅੱਜ ਦੀ ਅਗਰ ਥੋੜੀ ਜਿਹੀ ਗੱਲ ਕਰੀਏ ਕਿ ਅਗਰ ਆਪਾਂ ਵਿਮਨ ਡੇ ਸੈਲੀਬ੍ਰੇਟ ਕਰਦੇ ਹਾਂ ਤਾਂ ਸਹੀ ਮਾਇਨਿਆਂ ਵਿੱਚ ਸੈਲੀਬ੍ਰੇਟ ਕਿਵੇਂ ਹੋਣਾ ਚਾਹੀਦਾ। ਸਿਰਫ ਇਹ ਨਹੀਂ ਕਿ ਸਕੂਲ ਵਿੱਚ, ਕਾਲਜਿਸ ਵਿੱਚ ਜਾਂ ਕਿਸੇ ਵੀ ਅਦਾਰੇ ਵਿੱਚ ਇੱਕ ਐਸੇ ਰਾਈਟਿੰਗ ਕੰਪੀਟੀਸ਼ਨ ਕਰਵਾ ਦਿੱਤਾ ਜਾਵੇ, ਕੋਈ ਡਿਬੇਟ ਸ਼ੋਅ ਹੋ ਜਾਏ ਤਾਂ ਆਪਾਂ ਕਹੀਏ ਜੀ ਹਾਂਜੀ ਅਸੀਂ ਵਿਮਨ ਡੇ ਸੈਲੀਬ੍ਰੇਟ ਕਰ ਲਿਆ। ਸੋ ਜ਼ਮੀਨੀ ਤੌਰ ਤੇ ਦੇਖਿਆ ਜਾਣਾ ਚਾਹੀਦਾ ਕਿ ਅਸੀਂ ਜਿਸ ਲਾਈਫ ਤੋਂ ਜਦ ਲੰਘ ਰਹੇ ਹਾਂ, ਜਿਸ ਸਮਾਜ ਵਿੱਚ ਵਿਚਰ ਰਹੇ ਹਾਂ, ਉਸ ਵਿੱਚ ਅਸੀਂ ਹਕੀਕਤ ਦੇ ਵਿੱਚ ਕਿੰਨਾ ਕੁ ਕਿਸੇ ਦੇ ਨਾਲ ਫਰਕ ਦੇਖ ਰਹੇ ਹਾਂ, ਹੈ ਨਾ। ਮੇਨਲੀ ਇਹ ਘਰ ਤੋਂ ਸ਼ੁਰੂ ਹੋ ਜਾਂਦਾ। ਇੱਕ ਘਰ ਦੇ ਵਿੱਚ ਦੋ ਬੱਚੇ ਨੇ, ਇੱਕ ਕੁੜੀ ਹੈ, ਇੱਕ ਮੁੰਡਾ ਹੈ, ਉਹਨਾਂ ਵਿੱਚ ਕੀ ਫਰਕ ਕੀਤਾ ਜਾਂਦਾ। ਜੇ ਅਸੀਂ ਕੋਈ ਫਰਕ ਨਹੀਂ ਕਰ ਰਹੇ ਤਾਂ ਯੈਸ, ਅਸੀਂ ਵਿਮਨ ਡੇ ਸੈਲੀਬ੍ਰੇਟ ਕਰਨ ਦੇ ਹੱਕਦਾਰ ਹਾਂ। ਨਹੀਂ, ਉਹ ਤਾਂ ਦੇਖੋ ਨਾ, ਆਮ ਅਸੀਂ ਦੇਖ ਰਹੇ ਹਾਂ ਫਰਕ ਤੇ ਕਰ ਹੀ ਰਹੇ ਨੇ, ਹੈ ਨਾ। ਜਿਹੜੇ ਪੜ੍ਹੇ ਲਿਖੇ ਪਰਿਵਾਰ ਨੇ ਉੱਥੇ ਨਹੀਂ ਵੀ ਹੈ, ਪਰ ਜ਼ਿਆਦਾ ਰੂੜੀਵਾਦ ਜਿਹਨੂੰ ਆਪਾਂ ਕਹਿੰਦੇ ਆ ਨਾ, ਅਜੇ ਪਿੰਡਾਂ 'ਚ ਲਾ ਲਓ, ਸ਼ਹਿਰਾਂ ਦੇ ਲੋਕ ਵੀ ਨੇ ਜਿਹੜੇ ਕੁੜੀ ਤੇ ਮੁੰਡੇ ਦੇ ਵਿੱਚ ਫਰਕ ਰੱਖਦੇ ਆ। ਐਵੇਂ ਨਹੀਂ, ਆਪਾਂ ਦੇਖੋ ਅਖਬਾਰਾਂ ਵਿੱਚ ਪੜ੍ਹਦੇ ਆ, ਹੈ ਨਾ, ਕੋਈ ਲਿਫਾਫੇ 'ਚ ਪਾ ਕੇ ਕੁੜੀ ਬੱਚਾ ਹੈ ਨਾ, ਤੇ ਕੂੜੇ ਦੇ ਢੇਰ ਤੇ ਜਾਂ ਛੱਤ ਤੋਂ ਦੇਖੋ ਪਿੱਛੇ ਜੇ ਆਪਾਂ ਨੇ ਹੈ ਨਾ ਨਿਊਜ਼ ਆਈ ਹੈ ਨਾ,
ਤੇ ਉਹ ਬੱਚਾ ਬਚ ਗਿਆ ਹੈ ਨਾ। ਹਾਂਜੀ ਹਾਂਜੀ ਤਾਂ ਇਹ ਜਿਹੜੀ ਇਹ ਜੇ ਫਰਕ ਇਹ ਰੱਖਦੇ ਆ ਤੇ ਤਾਈਓ ਇਹ ਹੁੰਦਾ ਨਾ। ਬਿਲਕੁਲ। ਇਹਦੇ ਨਾਲ ਜਿਹੜੇ ਆਪਣਾ ਹੈਗੀ ਹੈ ਰੇਸ਼ੋ ਜਿਹੜੀ ਹੈ ਨਾ ਲੜਕੇ ਲੜਕੀ ਦੇ ਵਿੱਚ ਉਹ ਜ਼ਿਆਦਾ ਹੋ ਰਹੀ ਹੈ ਨਾ। ਬਿਲਕੁਲ ਬਿਲਕੁਲ ਇਹ ਤਾਂ ਤੁਸੀਂ ਗੱਲ ਸਹੀ ਕਹੀ ਹੈ। ਔਰ ਦੂਸਰਾ ਅਗਰ ਆਪਾਂ ਗੱਲ ਕਰੀਏ ਤਾਂ ਬਾਡੀ ਸ਼ੇਮਿੰਗ ਨੂੰ ਲੈ ਕੇ ਕਿ ਕੁੜੀਆਂ ਨੂੰ ਲੈ ਕੇ ਬੜਾ ਇਹ ਰੱਖਿਆ ਜਾਂਦਾ ਕਿ ਕੁੜੀ ਪਤਲੀ ਹੋਣੀ ਚਾਹੀਦੀ ਹੈ, ਕੁੜੀ ਗੋਰੀ ਹੋਣੀ ਚਾਹੀਦੀ ਹੈ, ਕੁੜੀ ਸੋਹਣੀ ਹੋਣੀ ਚਾਹੀਦੀ ਹੈ, ਜਾਂ ਉਸਦਾ ਕੱਪੜੇ ਪਾਉਣ ਦਾ ਤਰੀਕਾ ਇੱਕ ਪਾਰਟਿਕੂਲਰ ਵੇ ਦੇ ਨਾਲ ਸੋਚਿਆ ਜਾਂਦਾ ਕਿ ਇਸ ਤਰੀਕੇ ਨਾਲ ਹੋਣਾ ਚਾਹੀਦਾ। ਜਦ ਕਿ ਮੇਲਸ ਦੀ ਆਪਾਂ ਗੱਲ ਕਰ ਲਈਏ, ਮੁੰਡਿਆਂ ਦੀ ਗੱਲ ਕਰੀਏ ਤਾਂ ਉਹਨਾਂ ਬਾਰੇ ਹੀ ਸੋਚਿਆ ਜਾਂਦਾ ਕਿ ਅਰਨਿੰਗ ਉਹਦੀ ਸਿਰਫ ਅੱਛੀ ਹੋਣੀ ਚਾਹੀਦੀ ਹੈ, ਕਾਲਾ ਗੋਰਾ ਹੋਵੇ, ਮੋਟਾ ਹੋਵੇ, ਪਤਲਾ ਹੋਵੇ, ਕੋਈ ਗੱਲ ਨਹੀਂ ਹੈ। ਪਰ ਕੁੜੀਆਂ ਦੇ ਮਾਮਲੇ ਵਿੱਚ ਅਕਸਰ ਆਂਦਾ ਚਾਹੇ ਕਿ ਉਹ ਅੱਛੀ ਜੌਬ ਕਰ ਰਹੀ ਹੈ, ਚਾਹੇ ਕਿ ਉਹਦੀ ਬਹੁਤ ਅੱਛੀ ਸੈਲਰੀ ਹੈ, ਪਰ ਫਿਰ ਵੀ ਕੁੜੀ ਪਤਲੀ ਹੀ ਹੋਣੀ ਚਾਹੀਦੀ ਹੈ, ਕੁੜੀ ਗੋਰੀ ਹੀ ਹੋਣੀ ਚਾਹੀਦੀ ਹੈ ਔਰ ਸੋਹਣੀ ਦਿਖਣੀ ਚਾਹੀਦੀ ਹੈ, ਵਧੀਆ ਮੇਕਅਪ ਕਰਕੇ। ਚਲੋ ਮੇਕਅਪ ਦੀ ਗੱਲ ਨਾ ਵੀ ਕਰੋ, ਮਤਲਬ ਦੇਖਣ ਨੂੰ ਸੋਹਣੀ, ਮਤਲਬ ਆਪਾਂ ਕਹਿ ਸਕਦੇ ਆ ਵੀ ਜਦੋਂ ਰਿਸ਼ਤੇ ਦੀ ਵੀ ਗੱਲ ਹੁੰਦੀ ਹੈ, ਚਾਹੇ ਕੁੜੀ ਮੁੰਡੇ ਦੀ ਕੁਆਲੀਫਿਕੇਸ਼ਨ ਵੀ ਸੇਮ ਹੋਵੇ, ਕੁੜੀ ਉਸ ਤੋਂ ਵਧੀਆ ਵੱਡੇ ਰੈਂਕ ਤੇ ਹੋਵੇ ਜਾਂ ਸੈਲਰੀ ਵੀ ਜ਼ਿਆਦਾ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਚੀਜ਼ ਇਹ ਦੇਖੀ ਜਾਂਦੀ ਹੈ ਕਿ ਖੂਬਸੂਰਤੀ ਨੂੰ ਦੇਖਿਆ ਜਾਂਦਾ ਹੈ ਨਾ। ਖੂਬਸੂਰਤੀ ਨਹੀਂ, ਉਹਦੇ ਗੁਣਾਂ ਨੂੰ ਦੇਖਣਾ ਚਾਹੀਦਾ ਹੈ। ਬਿਲਕੁਲ। ਤੇ ਤਕਰੀਬਨ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ ਜੀ, ਹੈ ਨਾ। ਤੇ ਲੜਕੇ ਭਾਵੇਂ ਸੋਹਣੇ ਹੋਣ ਜਾਂ ਨਾ ਹੋਣ, ਰੰਗ ਜਿਸ ਤਰ੍ਹਾਂ, ਫਿਰ ਕਹਿਣਗੇ ਇਹ ਤਾਂ ਕਮਾ ਰਿਹਾ ਹੈ। ਹਾਂ ਬਿਲਕੁਲ। ਦੂਸਰੀ ਸਾਈਡ ਤੇ ਜਿਹੜੀ ਲੜਕੀ ਹੁੰਦੀ ਹੈ ਉਹ ਵੀ ਤਾਂ ਕੁਝ ਕਰ ਰਹੀ ਹੈ ਨਾ। ਬਿਲਕੁਲ। ਉਹ ਤੇ ਉਹਦੇ ਜਿਹੜੇ ਗੁਣ ਨੇ ਉਹਨਾਂ ਨੂੰ ਨਹੀਂ ਦੇਖਿਆ ਜਾਂਦਾ, ਉਹਦੀ ਸ਼ਕਲ ਸੂਰਤ ਨੂੰ ਨਹੀਂ ਦੇਖਿਆ ਜਾਂਦਾ। ਹਾਂਜੀ ਹਾਂਜੀ ਹਾਂਜੀ। ਇਹਦੇ ਵਿੱਚ ਇਸ ਤਰ੍ਹਾਂ ਹੀ ਨਹੀਂ, ਮਤਲਬ ਆਪਣੀ ਜਿਹੜੀ ਲੇਡੀਜ਼ ਨੇ ਨਾ ਉਹੀ ਲੇਡੀਜ਼ ਨੂੰ ਮਤਲਬ ਇਦਾਂ ਕਰਦੀਆਂ, ਕ੍ਰਿਟਿਸਾਈਜ਼ ਕਰਦੀਆਂ ਬਿਲਕੁਲ, ਜਿਹਦੇ ਕਰਕੇ ਇਸ ਤਰ੍ਹਾਂ। ਤੇ ਦੂਸਰਾ ਜੇ ਹੁਣ ਵੈਸੇ ਆਪਾਂ ਕੰਮਕਾਜੀ ਦੇਖੀਏ, ਦਫ਼ਤਰਾਂ 'ਚ ਹੀ ਦੇਖ ਲਓ ਹੈ ਨਾ, ਜਿੱਥੇ ਵੀ ਦੇਖ ਲਓ ਫਰਕ ਤੇ ਰੱਖਦੇ ਹੀ ਨੇ। ਉੱਥੇ ਵੀ ਜਦੋਂ ਮਤਲਬ ਵੀ ਆਪਣਾ ਅਸੀਂ ਦੇਖਦੇ ਨੇ ਇੰਨੇ ਸਾਲ ਜੋਬ ਕੀਤੀ ਹੈ, ਤੇ ਉਹਦੇ ਵਿੱਚ ਇਹ ਹੈ ਵੀ ਭਾਵੇਂ ਲੇਡੀਜ਼ ਜਿਹੜੇ ਹੈਗੀਆਂ ਉਹ ਕੰਮ ਆਪਣੀ ਸੀਟ ਤੇ ਦੇਖੋ ਉਹਨਾਂ ਨੇ 8 ਘੰਟੇ ਬਹਿਣਾ ਕਰਨਾ ਹੀ ਕਰਨਾ ਹੈ ਨਾ। ਤੇ ਜਦੋਂ ਪ੍ਰਮੋਸ਼ਨ ਦਾ ਟਾਈਮ ਆਉਂਦਾ ਹੈ ਨਾ, ਉਸ ਵੇਲੇ ਤਕਰੀਬਨ ਜਿਹੜੇ ਸਾਡੇ ਸੀਨੀਅਰ ਹੁੰਦੇ ਨੇ ਨਾ, ਉਹ ਇਹ ਦੇਖਦੇ ਨੇ ਵੀ ਜੇ ਕੋਈ ਜੈਂਟਸ ਅੱਗੇ ਆਉਂਦਾ ਨਾ ਵੀ ਉਸ ਨੂੰ ਪ੍ਰਮੋਸ਼ਨ ਦਿੱਤੀ ਜਾਏ, ਤੇ ਜਿਹੜੇ ਲੇਡੀਜ਼ ਦੇ ਜਿਹੜੇ ਆਰਡਰ ਨੇ ਨਾ ਉਹ ਦੂਸਰੇ ਸਟੇਸ਼ਨ ਤੇ ਕਰ ਦਿੰਦੇ ਨੇ, ਤੇ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਨਾ। ਉਹਨੇ ਬੱਚਿਆਂ ਨੂੰ ਦਾ ਵੀ ਦੇਖਣਾ ਹੈ, ਉਹਨੇ ਆਪਣਾ ਘਰ-ਬਾਰ ਵੀ ਵੇਖਣਾ ਹੈ, ਤੇ ਉਹ ਜਿਹੜੀ ਆਪਣੀ ਪ੍ਰਮੋਸ਼ਨ ਜਿਹੜੀ ਨਾ ਫੋਰਗੋ ਕਰ ਦੇਗੀ ਹੈ ਨਾ। ਤੇ ਇਹ ਇਸ ਤਰ੍ਹਾਂ ਕਰਕੇ ਨਾ ਮਤਲਬ ਫਰਕ ਤੇ ਇੰਜ ਰੱਖਦੇ ਨੇ। ਬਿਲਕੁਲ। ਤੇ ਜਿਹੜਾ ਇਹ ਹੋਣਾ ਨਹੀਂ ਚਾਹੀਦਾ। ਤੇ ਸਾਨੂੰ ਇਹ ਫਰਕ ਦੇ ਲਈ ਅਸੀਂ ਜੇ ਆਪਣੇ ਮਤਲਬ ਬੋਲਣਾ ਹੈ ਜਾਂ ਅਸੀਂ ਕੋਈ ਕ੍ਰਿਟਿਸਿਜ਼ਮ ਕਿਸੇ ਨਾਲ, ਇਹਦੇ ਲਈ ਸਾਨੂੰ ਆਪਣਾ ਉਤੇਜਿਤ ਹੋਣਾ ਪਏਗਾ। ਉਹਦੇ ਲਈ ਆਪਾਂ ਨੂੰ ਕੋਈ ਸੰਗਠਨ ਹੈ ਉਹਦੇ ਉੱਥੇ ਜਾਣਾ ਚਾਹੀਦਾ ਹੈ, ਮੀਟਿੰਗ ਕਰਨੀਆਂ ਚਾਹੀਦੀਆਂ ਵੀ ਆਪਣੇ ਹੱਕਾਂ ਲਈ ਲੜ ਸਕੀਏ ਹੈ ਨਾ। ਤੇ ਉਹ ਜਦੋਂ ਹੁਣ ਇਹ ਸੈਲੀਬ੍ਰੇਟ ਕਰਾਂਗੇ ਨਾ, ਇਹ ਸਿਰਫ ਇੱਕ 8 ਮਾਰਚ ਨੂੰ ਅੱਜ ਆਪਾਂ ਕਰ ਲਿਆ ਹੈ ਨਾ। ਉਸ ਤੋਂ ਬਾਅਦ ਜਿਹੜੀਆਂ ਨੇ ਨਾ ਲੇਡੀਜ਼ ਹੀ, ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਵੀ ਅਸੀਂ ਇਕੱਠੇ ਹੋ ਕੇ ਕਿਤੇ ਮੀਟਿੰਗ ਕਰੀਏ ਜਾਂ ਕਿੱਦਾਂ ਕਰੀਏ, ਉਹਨਾਂ ਨੂੰ ਟਾਈਮ ਹੀ ਨਹੀਂਗਾ। ਬਿਲਕੁਲ ਬਿਲਕੁਲ, ਤੁਸੀਂ ਸਹੀ ਗੱਲ ਕਹੀ ਹੈ। ਵੈਸੇ ਵੀ ਕੁਝ ਧਾਰਨਾਵਾਂ ਸਾਡੇ ਸਮਾਜ ਵਿੱਚ ਨਾ ਬੜੀਆਂ ਫਿਕਸ ਹੀ ਚੱਲਦੀਆਂ ਆ ਰਹੀਆਂ ਨੇ। ਜੇ ਆਪਾਂ ਜਿਵੇਂ ਡਰਾਈਵਿੰਗ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਕੋਈ ਲੇਡੀ ਡਰਾਈਵਰ ਹੈ, ਕੁੜੀ ਕੁਝ ਚਲਾ ਰਹੀ ਹੈ ਤਾਂ ਉਸਨੂੰ ਕਿਹਾ ਜਾਏਗਾ ਵੀ ਇਹ ਸਹੀ ਨਹੀਂ ਚਲਾ ਰਹੀ ਹੈ ਨਾ। ਜਦ ਕਿ ਅੱਜ ਦੇ ਟਾਈਮ ਵਿੱਚ ਕੁੜੀਆਂ ਜਿਹੜੀਆਂ ਉਹ ਐਰੋਪਲੇਨਸ ਨਹੀਂ ਚਲਾ ਰਹੀਆਂ, ਜਾਂ ਮਤਲਬ ਗੱਲ ਤਾਂ ਪ੍ਰੈਕਟਿਸ ਉੱਪਰ ਹੁੰਦੀ ਹੈ। ਜਿਹਦੀ ਲਾਈਫ ਵਿੱਚ ਜਿਸ ਚੀਜ਼ ਨੂੰ ਲੈ ਕੇ ਜਿੰਨੀ ਪ੍ਰੈਕਟਿਸ ਹੈ ਉਨੀ ਜ਼ਿਆਦਾ ਉਹਦੇ 'ਚ ਹੁਨਰ ਆਇਆ ਹੁੰਦਾ। ਹੋਰ ਇਹ ਗੱਲ ਨਹੀਂ ਹੁੰਦਾ ਕਿ ਕੁੜੀ ਹੈ ਤੇ ਉਹ ਵਧੀਆ ਡਰਾਈਵ ਨਹੀਂ ਕਰ ਸਕਦੀ, ਮੁੰਡਾ ਤਾਂ ਵੀ ਉਹ ਜੰਮਦਾ ਹੀ ਡਰਾਈਵ ਅੱਛਾ ਕਰਦਾ ਹੋਏਗਾ। ਸੋ ਐਸੀ ਗੱਲਾਂ ਨਹੀਂ ਹੁੰਦੀਆਂ। ਦੂਸਰਾ ਅੱਜ ਕੱਲ੍ਹ ਇੱਕ ਹੋਰ ਚੀਜ਼ ਦੇਖੀ ਜਾਂਦੀ ਹੈ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਕੁੜੀਆਂ ਕੁਝ ਵੀ ਕਰਨ ਉਹਨਾਂ ਨੂੰ ਬੜੀ ਛੇਤੀ ਟਾਰਗੇਟ ਕਰਕੇ ਮਾੜਾ ਚੰਗਾ ਬੋਲਿਆ ਜਾਂਦਾ ਹੈ। ਸੋ ਆਪਾਂ ਅਗਰ ਰਿਪੋਰਟਰਸ ਦੀ ਗੱਲ ਕਰ ਲਈਏ, ਪੱਤਰਕਾਰਾਂ ਦੀ, ਫੀਮੇਲਸ ਦੀ ਗੱਲ ਕਰ ਲਈਏ, ਤਾਂ ਉੱਥੇ ਵੀ ਬੜਾ ਜਲਦੀ ਜੱਜ ਕਰਕੇ ਉਹਨਾਂ ਦੀ ਗੱਲਾਂ ਨੂੰ ਮਤਲਬ ਸੀਰੀਅਸਲੀ ਨਹੀਂ ਲਿਆ ਜਾਂਦਾ ਇੰਨਾ, ਤੇ ਕਮੈਂਟਬਾਜ਼ੀ ਕਿਸੇ ਵੀ ਤਰ੍ਹਾਂ ਦੀ ਕਰ ਦਿੱਤੀ ਜਾਂਦੀ ਹੈ, ਅਪਸ਼ਬਦ ਵੀ ਵਰਤੇ ਜਾਂਦੇ ਨੇ। ਸੋ ਉਹ ਚੀਜ਼ਾਂ ਵੀ ਨਹੀਂ ਹੋਣੀਆਂ ਚਾਹੀਦੀਆਂ। ਹਾਂ, ਦੂਜੇ ਪਾਸੇ ਸੋਸ਼ਲ ਮੀਡੀਆ ਦਾ ਇੱਕ ਇਹ ਵੀ ਪੱਖ ਹੈ, ਕੁਝ ਕੁੜੀਆਂ ਐਸੀਆਂ ਵੀ ਨੇ ਜੋ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ, ਜੋ ਰੀਲਸ ਕੁਝ ਮਤਲਬ ਜੋ ਪਰਿਵਾਰਿਕ ਤੌਰ ਤੇ ਵੀ ਦੇਖਣਾ ਚੰਗਾ ਨਹੀਂ ਲੱਗਦਾ, ਉਹ ਜਿਹਾ ਕੰਟੈਂਟ ਕਈ ਬਣਾਉਂਦੀਆਂ ਨੇ। ਸੋ ਐਸਾ ਨਹੀਂ ਹੋਣਾ ਚਾਹੀਦਾ। ਉਹਨਾਂ ਜੋ ਨੈਗੇਟਿਵ ਚੀਜ਼ ਹੈ ਉਸਨੂੰ ਵੀ ਅਸੀਂ ਕਹਾਂਗੇ ਕਿ ਜੋ ਮਾੜਾ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ। ਸੋ ਇੱਕ ਜੋ ਸਾਡੇ ਸਮਾਜ ਦੀ ਸੱਭਿਅਤਾ, ਉਹ ਕੁੜੀ ਹੋਵੇ ਮੁੰਡਾ ਹੋਵੇ, ਸਾਰਿਆਂ ਦੇ ਉੱਪਰ ਹੀ ਲਾਗੂ ਹੁੰਦੀ ਹੈ। ਸੋ ਇਸ ਕਰਕੇ ਇਹ ਬੈਲੈਂਸ ਬਣਾ ਕੇ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤੇ ਜੇ ਆਪਾਂ ਸਪੈਸ਼ਲੀ ਗੱਲ ਕਰੀਏ, ਜ਼ਿਆਦਾਤਰ ਅਗਰ ਅਸੀਂ ਆਪਣੇ ਸਮਾਜ ਵਿੱਚ ਮਹਿਲਾਵਾਂ ਦੇਖਾਂਗੇ, ਹਰੇਕ ਦੀ ਇੱਕ ਆਪਣੀ ਹੀ ਸਟਰਗਲਿੰਗ ਸਟੋਰੀ ਹੁੰਦੀ ਹੈ। ਸੋ ਉਸ ਸਟਰਗਲ
ਦੀ ਰਿਸਪੈਕਟ ਜ਼ਰੂਰ ਕਰਨੀ ਚਾਹੀਦੀ ਹੈ। ਤੁਹਾਡੇ ਘਰ ਪਰਿਵਾਰ, ਤੁਹਾਡੇ ਆਸ-ਪਾਸ ਜੋ ਵੀ ਅਗਰ ਤੁਸੀਂ ਦੇਖੋ ਕਿ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨੂੰ ਕੋਈ ਜ਼ਰੂਰਤ ਹੀ ਹੈ, ਕੋਈ ਆਪਣੇ ਕਿਸੇ ਦਾ ਪੈਸ਼ਨ ਹੁੰਦਾ, ਡ੍ਰੀਮ ਹੁੰਦਾ ਕਿ ਮੈਂ ਕੁਝ ਬਣਨਾ ਹੈ, ਤਾਂ ਉਸਨੂੰ ਜੋ ਹੈ ਮੋਟੀਵੇਟ ਕਰਨਾ ਚਾਹੀਦਾ ਹੈ। ਮਤਲਬ ਉਸਨੂੰ ਕਦੀ ਕਿਸੇ ਗੱਲ ਤੇ ਕੁੜੀ ਮੁੰਡੇ, ਮੇਲ ਫੀਮੇਲ ਵਾਲਾ ਫਰਕ ਦਿਖਾ ਕੇ ਪਿੱਛੇ ਨਹੀਂ ਕਰਨਾ ਚਾਹੀਦਾ। ਉਹ ਇਸ ਤਰ੍ਹਾਂ ਦੇਖੋ, ਇੱਥੋਂ ਤੱਕ ਕਿ ਹਸਬੈਂਡ ਵਾਈਫ ਵਿੱਚ ਵੀ ਹੈ ਨਾ, ਕਈ ਵਾਰੀ ਹਸਬੈਂਡ ਕੀ ਨਾਮ ਨਾ, ਇਹ ਨਹੀਂ ਚਾਹੁੰਦੇ ਵੀ ਮੇਰੀ ਜਿਹੜੀ ਮਿਸਿਜ ਹੈ ਬਿਲਕੁਲ ਉਹ ਮੇਰੇ ਤੋਂ ਅੱਗੇ ਹੋ ਜੇ, ਹੈ ਨਾ। ਉਹਨਾਂ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਜੇ ਮਤਲਬ ਉਹਨਾਂ ਦੀ ਮਿਸਿਜ ਜਾਂ ਉਹਨਾਂ ਦੇ ਪਰਿਵਾਰ 'ਚ ਕੋਈ ਵੀ ਆਪਣਾ ਲੇਡੀਜ਼ ਹੈ ਨਾ ਅੱਗੇ ਵੱਧਦਾ ਹੈ। ਪਰ ਇਹ ਫਰਕ ਘਰਾਂ 'ਚ ਰੱਖਦੇ ਨੇ ਮੁੰਡੇ ਤੇ ਕੁੜੀ, ਉਹ ਸ਼ੁਰੂ ਤੋਂ, ਕਿਉਂਕਿ ਆਪਾਂ ਜਦੋਂ ਬੱਚਿਆਂ 'ਚ ਹੀ ਆਪਾਂ ਫਰਕ ਰੱਖਦੇ ਆ ਤੇ ਉਹੀ ਫਰਕ ਫਿਰ ਉਹਨਾਂ ਨੂੰ ਆਦਤ ਬਣ ਜਾਂਦੀ ਹੈ। ਕਈ ਥਾਵਾਂ ਤੇ ਅਸੀਂ ਵੇਖਦੇ ਨਹੀਂ ਕਿ ਆਪਣਾ ਉਹ ਭਰਾ ਭਾਵੇਂ 10 ਸਾਲ ਛੋਟਾ ਹੋਵੇ, ਹੈ ਭੈਣ ਤੋਂ 10 ਸਾਲ ਛੋਟਾ ਹੈ, ਤੇ ਉਹ ਵੱਡੀ ਭੈਣ ਨੂੰ ਉਹਦੇ ਝਾੜੀ ਜਾਏਗਾ, ਈਵਨ ਕਿ ਗਾਲਾਂ ਤੱਕ ਕੱਢੀ ਜਾਂਦੇ ਨੇ ਤੇ ਘਰ ਨਾ ਉਹਨਾਂ ਨੂੰ ਮਨਾ ਨਹੀਂ ਕਰਦੇ। ਤੇ ਇਹੋ ਆਦਤ ਜਿਹੜੀ ਹੈ ਫਿਰ ਅੱਗੋਂ ਗਾਂ ਦੀ ਗਾਂ ਵੱਧ ਜਾਂਦੀ ਹੈ। ਬਿਲਕੁਲ, ਆਪਾਂ ਅਸੀਂ ਕਈ ਪਰਿਵਾਰਾਂ 'ਚ ਦੇਖਦੇ ਹਾਂ ਹਸਬੈਂਡ ਵਾਈਫ ਦੇ ਵਿੱਚ ਵੀ ਸੈਲਰੀ ਨੂੰ ਲੈ ਕੇ, ਡੈਜ਼ਿਗਨੇਸ਼ਨ ਨੂੰ ਲੈ ਕੇ ਇੱਕ ਅਲੱਗ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ ਹੈ। ਸੋ ਇਹ ਨਹੀਂ ਹੋਣਾ ਚਾਹੀਦਾ। ਅਗਰ ਹਸਬੈਂਡ ਜਾਂ ਵਾਈਫ ਵਿੱਚੋਂ ਕੋਈ ਵੀ ਅੱਗੇ ਵੱਧਦਾ ਤਾਂ ਉਹ ਇੱਕ ਤੁਹਾਡੇ ਪਰਿਵਾਰ ਦੇ ਲਈ ਹੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਸੋ ਇਸ ਲਈ ਉਹਨੂੰ ਸਾਂਝੀ ਉਪਲਬਧੀ ਮੰਨਣਾ ਚਾਹੀਦਾ, ਬਜਾਏ ਕਿ ਹਸਬੈਂਡ ਸੋਚੇ ਕਿ ਇਹ ਫੀਮੇਲ ਹੈ, ਮੇਰੀ ਵਾਈਫ ਹੈ, ਇਸ ਨੂੰ ਮੇਰੇ ਉੱਪਰ ਡੈਜ਼ਿਗਨੇਸ਼ਨ ਨਹੀਂ ਹੋਣਾ ਚਾਹੀਦਾ, ਮੇਰੇ ਤੋਂ ਵੱਧ ਸੈਲਰੀ ਇਹਦੀ ਨਹੀਂ ਹੋਣੀ ਚਾਹੀਦੀ। ਸੋ ਉਹ ਕੰਪੀਟੀਸ਼ਨ ਵਾਲੀ ਭਾਵਨਾ ਨਾ ਹੋ ਕਿ ਇੱਕ ਮਿਊਚੁਅਲ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦਾ ਕੋਈ ਜੀ ਅੱਗੇ ਵਧ ਰਿਹਾ ਤੇ ਅਸੀਂ ਉਸ ਨੂੰ ਮੋਟੀਵੇਟ ਕਰੀਏ, ਹੈਲਪ ਕਰੀਏ। ਜ਼ਿਆਦਾਤਰ ਦੇਖਿਆ ਕਿ ਜਾਂਦਾ ਚੈਲੰਜਸ ਲੇਡੀਜ਼ ਦੀ ਲਾਈਫ ਵਿੱਚ ਰਹਿੰਦੀ ਹੈ ਕਿ ਅਗਰ ਤਾਂ ਉਹ ਮੈਰਿਡ ਹੈ, ਕੰਮ ਵੀ ਕਰਨਾ ਉਸਨੇ, ਤਾਂ ਘਰ ਵੀ ਸਾਂਭਣਾ। ਆਪਾਂ ਪਹਿਲਾਂ ਵੀ ਇੱਕ ਵਾਰੀ ਇੱਕ ਵੀਡੀਓ ਬਣਾਈ ਸੀਗੀ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਮਝਣਾ। ਹਾਲਾਂਕਿ ਅਗਰ ਆਪਾਂ ਇਸ ਟੌਪਿਕ ਤੇ ਗੱਲ ਕਰਨ ਲੱਗੀਏ ਤਾਂ ਗੱਲਾਂ ਮੈਨੂੰ ਲੱਗਦਾ ਮੁੱਕ ਹੀ ਨਹੀਂ ਸਕਦੀਆਂ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਪਰ ਵਿਮਨ ਡੇ ਤੇ ਹੀ ਕਹਾਂਗੇ ਕਿ ਸਿਰਫ ਕਿਤਾਬੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ 8 ਮਾਰਚ ਵਾਲੇ ਦਿਨ। ਅਸੀਂ ਜਿਸ ਦਿਨ ਵਾਕਈ ਪ੍ਰੈਕਟੀਕਲੀ ਆਪਣੇ ਸਮਾਜ ਵਿੱਚ, ਵੈਸੇ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ। ਸੋ ਆਪਣੇ ਘਰ ਪਰਿਵਾਰ ਵਿੱਚ ਅਗਰ ਤੁਹਾਡੇ ਘਰ ਦਾ ਕੋਈ ਵੀ ਜੀ ਐਵੇਂ ਦੀ ਫਰਕ ਵਾਲੀ ਸੋਚ ਰੱਖਦਾ ਹੈ ਮੇਲ ਔਰ ਫੀਮੇਲ ਦੇ ਵਿੱਚ, ਚਾਹੇ ਉਹ ਸਾਡੇ ਘਰ ਦੇ ਵੱਡੇ ਹੀ ਹੋਣ, ਉਹਨਾਂ ਨੂੰ ਵੀ ਜ਼ਰੂਰ ਸਮਝਾਉਣਾ ਚਾਹੀਦਾ ਹੈ। ਤੇ ਜਿਸ ਦਿਨ ਇੱਕ ਪਰਿਵਾਰ ਇਸ ਤਰ੍ਹਾਂ ਸਮਝ ਕੇ ਅੱਗੇ ਵਧੇਗਾ, ਉਸ ਤੋਂ ਬਾਅਦ ਐਕਚੁਅਲ ਵਿੱਚ ਅਸੀਂ ਜੋ ਹੈ ਵਿਮਨ ਡੇ ਸੈਲੀਬ੍ਰੇਟ ਕਰਨ ਦੇ ਹੱਕਦਾਰ ਹੋਵਾਂਗੇ। ਸਿਰਫ ਕਿਤਾਬੀ ਗੱਲਾਂ ਜਾਂ ਸਿਰਫ ਕਿਸੇ ਨੂੰ ਸੁਣਨ ਨੂੰ ਚੰਗਾ ਲੱਗੇ ਤਾਂ ਆਪਾਂ ਗੱਲਾਂ ਕਰੀਏ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਅਸਲ ਚੀਜ਼ ਹੁੰਦੀ ਹੈ ਕਿ ਜਦੋਂ ਸਾਨੂੰ ਪ੍ਰੈਕਟੀਕਲੀ ਆਪਣੇ ਆਸ-ਪਾਸ ਚੀਜ਼ਾਂ ਵਿੱਚ ਫਰਕ ਦਿਖੇ ਔਰ ਲੱਗੇ ਕਿ ਵਾਕਈ ਚਾਹੇ ਮੇਲ ਹੈ ਫੀਮੇਲ ਹੈ ਆਪਣੀ ਕਾਬਲੀਅਤ ਦੇ ਦੌਰ ਤੇ ਅੱਗੇ ਵੱਧ ਪਾ ਰਹੇ ਨੇ, ਤੇ ਜੋ ਵੀ ਕਿਸੇ ਦੇ ख्वाब ਨੇ, ਸੁਪਨੇ ਨੇ, ਉਹ ਪੂਰੇ ਹੋਣੇ ਚਾਹੀਦੇ ਆ। ਸਿਰਫ ਇਹ ਨਹੀਂ ਕਿ ਅਗਰ ਫੀਮੇਲ ਹੈ ਤਾਂ ਉਹ ਸਿਰਫ ਅਨਮੈਰਿਡ ਹੋਣ ਤੱਕ ਅੱਗੇ ਵਧੇ ਤੇ ਉਸ ਤੋਂ ਬਾਅਦ ਜਿਹੜਾ ਹੈ ਇਨ-ਲॉज ਨੇ ਸਪੋਰਟ ਨਾ ਕਰਨ। ਸੋ ਪਰਿਵਾਰ ਦਾ ਮਤਲਬ ਹੁੰਦਾ ਹੈ ਕਿ ਇੱਕ ਦੂਜੇ ਨੂੰ ਸਮਝੀਏ ਤੇ ਇੱਕ ਦੂਜੇ ਦਾ ਸਾਥ ਦਈਏ, ਤੇ ਚਾਹੇ ਉਹ ਘਰ ਪਰਿਵਾਰ ਦਾ ਕੰਮ ਹੋਵੇ ਤੇ ਚਾਹੇ ਉਹ ਆਫਿਸ ਜਾਂ ਕੋਈ ਹੋਰ ਆਫੀਸ਼ੀਅਲੀ ਕੋਈ ਵੀ ਐਕਟੀਵਿਟੀ ਹੋਵੇ। ਲੇਡੀਜ਼ ਨੂੰ ਜ਼ਰੂਰ ਮਤਲਬ ਇਹ 8 ਮਾਰਚ ਹੀ ਨਹੀਂ, ਇਹ 8 ਮਾਰਚ ਹਮੇਸ਼ਾ ਹੀ ਮਨਾਉਣੀ ਚਾਹੀਦੀ ਹੈ। ਵੂਮਨ ਡੇ ਤੇ ਮਤਲਬ ਰੋਜ਼ ਦਾ ਹੀ ਹੈ ਨਾ। ਤੇ ਇਹਦੇ ਵਿੱਚ ਸਿਰਫ 8 ਮਾਰਚ ਤੇ ਚਲੋ ਇੱਕ ਉਹਨਾਂ ਨੇ ਸੈਲੀਬ੍ਰੇਟ ਕੀਤਾ, ਸਨਮਾਨਿਤ ਕਰਦੇ ਨੇ ਜਿਹੜੀਆਂ ਮਤਲਬ ਵੀ ਹੈ ਨਾ ਲੇਡੀਜ਼ ਨੇ ਖਾਸ ਕੋਈ ਕੀਤਾ ਹੈ ਨਾ, ਬਹੁਤ ਖੁਸ਼ੀ ਹੁੰਦੀ ਹੈ। ਈਵਨ ਕਿ ਨਾ ਪਿੱਛੇ ਜੇ ਮਤਲਬ ਇੱਕ ਦਿਖਾਇਆ ਸੀ, ਉਹ ਖੇਤੀਬਾੜੀ ਕਰਦੀ ਲੜਕੀ ਹੈ ਨਾ, ਟਰੈਕਟਰ ਤੇ ਮਤਲਬ ਬਹੁਤ ਸਾਰੀ ਐਗਜ਼ਾਮਪਲਸ ਨੇ ਸਾਡੇ ਸਮਾਜ ਵਿੱਚ। ਤੇ ਇਹੋ ਜਿਹੀਆਂ ਜਦੋਂ ਆਪਾਂ ਵੇਖਦੇ ਹਾਂ ਤੇ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਵੀ ਦੇਖੋ ਵੀ ਲੜਕੀਆਂ ਕਿੰਨਾ ਕੁਝ ਕਰ ਰਹੀਆਂ ਨੇ, ਹੈ ਨਾ। ਤੇ ਇਹ ਹਰ ਇੱਕ ਮਾਪਿਆਂ ਨੂੰ ਮਤਲਬ ਸੋਚਣਾ ਚਾਹੀਦਾ ਹੈ ਤੇ ਮਤਲਬ ਫਰਕ ਨਹੀਂ ਰੱਖਣਾ ਚਾਹੀਦਾ। ਔਰ ਬਚਪਨ ਤੋਂ ਹੀ, ਵੈਸੇ ਵੀਡੀਓ ਵੱਡੀ ਹੁੰਦੀ ਜਾ ਰਹੀ ਪਰ ਇੱਥੇ ਮੈਂ ਗੱਲ ਕਰਨਾ ਚਾਹੂੰਗੀ, ਜਦੋਂ ਬੱਚੇ ਛੋਟੇ ਹੁੰਦੇ ਨੇ ਉਦੋਂ ਤੋਂ ਹੀ ਸਹੀ ਸੋਚ ਦੇ ਨਾਲ ਡਿਵੈਲਪ ਕਰਨਾ ਚਾਹੀਦਾ ਬੱਚਿਆਂ ਨੂੰ, ਖਾਸ ਤੌਰ ਤੇ ਕੁੜੀਆਂ ਨੂੰ ਇੱਕ ਚੰਗੀ ਸੋਚ। ਉਹਨੂੰ ਕਦੀ ਇਹ ਨਹੀਂ ਕਹਿਣਾ ਚਾਹੀਦਾ ਤੂੰ ਕੁੜੀ ਹੈ, ਤੂੰ ਇਹ ਨਹੀਂ ਕਰ ਸਕਦੀ, ਮੁੰਡਾ ਹੈ, ਤੇਰਾ ਭਰਾ ਹੈ, ਇਹ ਕਰੇਗਾ। ਜਾਂ ਕੋਈ ਇਹ ਸੋਚੇ ਵੀ ਸਾਡੇ ਸਿਰਫ ਕੁੜੀਆਂ ਹੀ ਨੇ, ਇਹ ਹੁਣ ਕੀ ਕਰ ਲੈਣਗੀਆਂ। ਨਹੀਂ, ਹਰੇਕ ਬੱਚੇ ਦਾ ਆਪਣਾ ਇੱਕ ਦਿਮਾਗ ਹੁੰਦਾ ਹੈ, ਉਸਦੀ ਇੱਕ ਸੋਚ ਹੁੰਦੀ ਹੈ, ਉਹਦੇ ਇੱਕ ਜ਼ਿੰਦਗੀ ਦੇ ਸੁਪਨੇ ਹੁੰਦੇ ਨੇ। ਉਹਨਾਂ ਨੂੰ ਸਮਝ ਕੇ ਤੇ ਉਸ ਤਰੀਕੇ ਨਾਲ ਪੇਰੈਂਟਸ ਨੂੰ ਅੱਗੇ ਵਧਣਾ ਚਾਹੀਦਾ ਹੈ। ਕੁੜੀ ਮੁੰਡੇ ਵਾਲਾ ਫਰਕ ਪਾ ਕੇ ਕਦੇ ਬੱਚੇ ਦੀ ਸੋਚ ਨੂੰ ਦਬਣਾ ਨਹੀਂ ਚਾਹੀਦਾ। ਲੜਕੀਆਂ ਨੂੰ ਸਿਰਫ ਇਹ ਹੈ ਵੀ ਰਸੋਈ ਦਾ ਕੰਮ ਹੀ ਨਾ ਸਿਖਾਓ, ਘਰ 'ਚ ਕਈ ਛੋਟੇ ਛੋਟੇ ਟੈਕਨੀਕਲ ਕੰਮ ਹੁੰਦੇ ਨੇ, ਹੈ ਨਾ, ਉਹ ਵੀ ਬੱਚਿਆਂ ਨੂੰ ਆਣੇ ਚਾਹੀਦੇ ਨੇ। ਤੇ ਉਹਦੇ ਵਿੱਚ ਇਹ ਨਹੀਂ ਕਹਿਣਾ ਚਾਹੀਦਾ ਵੀ ਇਹ ਤੇ ਮਤਲਬ ਮੁੰਡੇ ਨਹੀਂ ਕਰਨਾ, ਉਹ ਭਰਾ ਨੂੰ ਡਿੱਕੀ ਜਾਵੇ, ਭਰਾ ਆਏਗਾ ਤੇ ਕਿੰਨਾ ਮੈਂ ਫਿਊਜ਼ ਲਗਾਏਗਾ, ਇਹ ਬਲਬ ਲਗਾਏਗਾ। ਇਹ ਕੰਮ ਤੇ ਦੇਖੋ ਨਾ ਲੜਕੀਆਂ ਵੀ ਕਰ ਸਕਦੀਆਂ ਨੇ, ਤੇ ਅੱਛਾ ਲੱਗਦਾ। ਬਿਲਕੁਲ। ਤੇ ਤੁਸੀਂ ਵੀ ਆਪਣੇ ਸੁਝਾਅ ਜਿਹੜੇ ਹੈ ਜ਼ਰੂਰ ਸਾਨੂੰ
ਸਾਨੂੰ ਕਮੈਂਟ ਕਰਕੇ ਸਾਡੇ ਨਾਲ ਸ਼ੇਅਰ ਕਰੋ ਤੁਸੀਂ। ਤੇ ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਤੇ ਅੱਗੋਂ ਵੀ ਤੁਹਾਡੇ ਲਈ ਇਸੇ ਤਰੀਕੇ ਨਾਲ ਅਸੀਂ ਵਧੀਆ ਟੌਪਿਕਸ ਤੇ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ। ਪਰ ਜੇਕਰ ਤੁਸੀਂ ਹੁਣ ਤੱਕ YouTube ਚੈਨਲ ਸਾਂਝ ਗੱਲਾਂ ਦੀ ਸਬਸਕ੍ਰਾਈਬ ਨਹੀਂ ਕੀਤਾ ਹੈ, ਫਟਾਫਟ ਸਬਸਕ੍ਰਾਈਬ ਕਰ ਦਿਓ। ਸਾਈਡ ਤੇ ਜੋ ਬੈਲ ਆਈਕਨ ਹੈ ਉਸ ਨੂੰ ਵੀ ਦਬਾ ਦਿਓ ਤਾਂ ਕਿ ਅੱਗੋਂ ਵੀ ਤੁਹਾਡੇ ਲਈ ਅਸੀਂ ਵਧੀਆ ਵੀਡੀਓਜ਼ ਲੈ ਕੇ ਆਈਏ। ਤੁਸੀਂ ਤੁਰੰਤ ਉਸ ਨੂੰ ਦੇਖੋ, ਲਾਈਕ ਐਂਡ ਸ਼ੇਅਰ ਕਰੋ ਤੇ ਕਮੈਂਟ ਕਰਕੇ ਵੀ ਆਪਣੇ ਵਿਚਾਰ ਸਾਡੇ ਨਾਲ ਟਾਈਮਲੀ ਸਾਂਝੇ ਜ਼ਰੂਰ ਕਰਦੇ ਰਹੋ। ਸੋ ਇਸ ਦੇ ਨਾਲ ਹੀ ਹੁਣ ਆਪਾਂ ਫਿਰ ਇਜਾਜ਼ਤ ਲਈਏ। ਹਾਂਜੀ, ਵੂਮਨ ਡੇ ਤੇ ਜੀ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।